प्यारे विद्यार्थियों, प्यार भरी सत श्री अकाल। +2 ਚੋਣਵੀਂ पंजाबी विषय नाल संबंधित किस्साकार पीलू दी रचना मिर्ज़ा साहिबा ਦਾ ਇਹ ਆਪਾਂ ਅੱਜ ਚੌਥਾ ਭਾਗ ਕਰ ਰਹੇ ਹਾਂ, ਜਿਸ ਵਿੱਚ ਮਿਰਜ਼ਾ ਅਤੇ ਸਾਹਿਬਾ ਸਿਰਲੇਖ ਅਧੀਨ ਸਾਡੇ ਕੋਲ ਇਹ ਮਿਰਜ਼ਾ ਔਰ ਸਾਹਿਬਾਂ ਦੀ ਵਾਰਤਾਲਾਪ ਜਿਹੜੀ ਹੈ ਉਹ ਦਰਜ ਹੈ। ਸੋ ਆਓ ਆਪਾਂ ਇਸ ਵਾਰਤਾਲਾਪ ਵੱਲ ਚੱਲਦੇ ਹਾਂ। ਸਭ ਤੋਂ ਪਹਿਲੀ ਵਾਰਤਾਲਾਪ ਦੇ ਵਿੱਚ ਜਿਹੜੀ ਗੱਲ ਹੈ, ਮਿਰਜ਼ਾ ਸਾਹਿਬਾ ਬੋਲਦੀ ਹੈ। ਤਾਂ ਸਾਹਿਬਾ ਕੀ ਕਹਿੰਦੀ ਹੈ? ਜੰਡ ਦੇ ਹੇਠ ਜੱਟ ਸੌਂ ਗਿਆ, ਉੱਠ ਕੇ ਸੁਰਤ ਸੰਭਾਲ, ਬੱਕੀ ਤੈਨੂੰ ਛੱਡ ਕੇ ਉੱਠ ਗਈ ਜਿਸ ਉੱਤੇ ਬੜਾ ਇਤਬਾਰ, ਨਾਰਦ ਛੱਡ ਕੇ ਉੱਠ ਗਿਆ ਤੇਰਾ ਮੁੱਢ ਕਦੀਮਾਂ ਦਾ ਯਾਰ, ਮਾਰਨ ਸਾਹਿਬਾਂ ਨੂੰ ਆ ਗਿਆ ਜਿਹਦਾ ਕਰਦਾ ਨਾ ਸੀ ਇਤਬਾਰ। ਤੋ ਜੇ ਆਪਾਂ ਪ੍ਰਸੰਗ ਦੀ ਗੱਲ ਕਰੀਏ ਤਾਂ ਹੱਥਲਾ ਕਾਵ ਟੋਟਾ ਸਾਡੀ 12ਵੀਂ ਸ਼੍ਰੇਣੀ ਦੀ ਚੋਣਵੀਂ ਪੰਜਾਬੀ ਦੀ ਪਾਠ ਪੁਸਤਕ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਵਿੱਚ ਦਰਜ ਕਿੱਸਾਕਾਰ ਪੀਲੂ ਦੀ ਰਚਨਾ ਮਿਰਜ਼ਾ ਸਾਹਿਬਾ ਵਿੱਚੋਂ ਲਿਆ ਗਿਆ ਹੈ ਅਤੇ ਇਹ ਸਤਰਾਂ ਸਾਡੀ ਪਾਠ ਪੁਸਤਕ ਵਿੱਚ ਮਿਰਜ਼ਾ ਅਤੇ ਸਾਹਿਬਾ ਸਿਰਲੇਖ ਅਧੀਨ ਦਰਜ ਹਨ। ਇਸ ਬੰਦ ਵਿੱਚ ਸਾਹਿਬਾ ਮਿਰਜ਼ੇ ਨੂੰ ਸੁੱਤੇ ਹੋਏ ਮਿਰਜ਼ੇ ਨੂੰ ਉਠਾਉਣ ਦਾ ਅਸਫਲ ਯਤਨ ਕਰਦੀ ਹੈ। ਤਾਂ ਵਿਆਖਿਆ ਕੀ ਹੈ ਕਿ ਸਾਹਿਬਾ ਜਿਹੜੀ ਮਿਰਜ਼ੇ ਨੂੰ ਕਹਿੰਦੀ ਹੈ, ਜਿਹੜਾ ਕਿ ਸੁੱਤਾ ਪਿਆ ਹੈ ਜੰਡ ਦੇ ਹੇਠਾਂ, ਉਸ ਨੂੰ ਕਹਿੰਦੀ ਹੈ ਕਿ ਤੂੰ ਜੰਡ ਦੇ ਹੇਠਾਂ ਸੁੱਤਿਆ ਸੌਂ ਗਿਆ ਹੈ, ਨਿਧੜਕ ਹੋ ਕੇ ਬੇਫਿਕਰ ਹੋ ਕੇ ਸੌਂ ਗਿਆ ਹੈ, ਤੂੰ ਉੱਠ ਅਤੇ ਉੱਠ ਕੇ ਸੁਰਤ ਕਰ, ਨੀਂਦ ਵਿੱਚੋਂ ਜਾਗ, ਤੂੰ ਕੋਈ ਸੁਰਤ ਕਰ। ਕਿਉਂਕਿ ਉਸ ਨੂੰ ਡਰ ਹੈ, ਸਾਹਿਬਾਂ ਨੂੰ ਬਹੁਤ ਡਰ ਹੈ, ਕਿਉਂਕਿ ਉਸਦੇ ਭਰਾ, ਉਸਦਾ ਬਾਪ, ਉਸਦੇ ਜਿਹੜੇ ਹੋਣ ਵਾਲੇ ਸਹੁਰੇ ਹਨ, ਉਹ ਸਾਰੇ ਹੀ ਉਸ ਨੂੰ ਪੂਰੀ ਆਸ਼ੰਕਾ ਸੀ, ਉਸ ਨੂੰ ਇਹ ਇੱਕ ਡਰ ਸੀ ਕਿ ਉਹ ਜ਼ਰੂਰ ਹੀ ਜਿਹੜਾ ਉਹਨਾਂ ਦਾ ਪਿੱਛਾ ਕਰਦੇ ਹੋਏ ਆਉਂਦੇ ਹੋਣਗੇ। ਇਸ ਲਈ ਉਹ ਕਹਿੰਦੀ ਹੈ ਕਿ ਤੂੰ ਉੱਠ ਕੇ ਸੁਰਤ ਸੰਭਾਲ, ਹੋਸ਼ ਕਰ ਕੁਛ। ਅਤੇ ਅਗਲੀ ਸਤਰ ਹੈ ਕਿ ਬੱਕੀ ਕਹਿੰਦੀ ਕਿ ਬੱਕੀ ਜਿਸ 'ਤੇ ਤੈਨੂੰ ਬੜੀ ਇਤਬਾਰ ਸੀਗਾ, ਬੜਾ ਤੂੰ ਭਰੋਸਾ ਕਰਦਾ ਸੀ, ਉਹ ਵੀ ਤੈਨੂੰ ਛੱਡ ਕੇ ਉਹ ਵੀ ਹੁਣ ਬੈਠੀ ਨਹੀਂ, ਉਹ ਵੀ ਉੱਠ ਕੇ ਖੜੀ ਹੋ ਗਈ ਹੈ, ਉਹ ਜਾਣ ਲਈ ਤਿਆਰ ਹੋ ਗਈ ਹੈ। ਅਤੇ ਨਾਰਦ ਜਿਹੜਾ ਕਿ ਤੇਰਾ ਮੁੱਢ ਕਦੀਮਾਂ ਦਾ ਯਾਰ ਹੈ, ਉਹ ਵੀ ਤੈਨੂੰ ਛੱਡ ਕੇ ਉੱਠ ਗਿਆ ਹੈ। ਇੱਕ ਨਾਰਦ ਆਪਾਂ ਜਾਣਦੇ ਹਾਂ, ਜਦੋਂ ਆਪਾਂ ਕੋਈ ਵੀ ਹਿੰਦੂ ਇਤਿਹਾਸ ਨਾਲ ਸੰਬੰਧਿਤ ਕੋਈ ਨਾਟਕ, ਕੋਈ ਸਟੋਰੀ ਸੁਣਦੇ ਹਾਂ, ਉਸ ਦੇ ਵਿੱਚ ਨਾਰਦ ਜਿਹੜਾ ਹੈ ਉਹ ਇੱਕ ਲੂਤੀ ਲਾਉਣ ਵਾਲਾ ਬੰਦਾ, ਜਿਸ ਲੜਾਈ ਪਾਉਣ ਵਾਲਾ ਬੰਦਾ ਹੈ, ਜਿਹੜਾ ਕਿ ਵਿਸ਼ਨੂੰ ਦਾ ਉਪਾਸਕ ਮੰਨਿਆ ਜਾਂਦਾ ਹੈ। ਤਾਂ ਉਹ ਨਾਰਦ ਵੀ ਤੈਨੂੰ ਛੱਡ ਕੇ ਜਿਹੜਾ ਹੈ ਉਹ ਉੱਠ ਚੁੱਕਾ ਹੈ। ਤਾਂ ਸਾਹਿਬਾਂ ਜਿਹੜੀ ਹੈ ਉਹ ਮਿਰਜ਼ੇ ਨੂੰ ਕਹਿੰਦੀ ਹੈ ਕਿ ਉੱਠ। ਉਹ ਕਹਿੰਦੀ ਮਾਰਨ ਸਾਹਿਬਾਂ ਨੂੰ ਆ ਗਿਆ ਜਿਸ ਦਾ ਕਰਦਾ ਨਾ ਸੀ ਇਤਬਾਰ। ਅਤੇ ਹੁਣ ਤੂੰ ਜਿਹਦਾ ਇਤਬਾਰ ਨਹੀਂ ਕਰਦਾ ਸੀਗਾ ਕਿ ਕੁਛ ਹੋ ਸਕਦਾ, ਜਿਹੜਾ ਤੈਨੂੰ ਇਤਬਾਰ ਨਹੀਂ ਸੀ ਕਿ ਇਸ ਤਰ੍ਹਾਂ ਹੋ ਸਕਦਾ ਹੈ, ਤਾਂ ਉਸ ਸਾਹਿਬਾਂ ਜਿਸ ਨੂੰ ਤੂੰ ਬਹੁਤ ਪਿਆਰ ਕਰਦਾ ਹੈ, ਜਿਹੜੀ ਤੈਨੂੰ ਜਾਨੋਂ ਵੀ ਪਿਆਰੀ ਹੈ, ਜਿਸ ਦਾ ਤੂੰ ਵਿਸਾਹ ਨਹੀਂ ਖਾਂਦਾ, ਉਸ ਨੂੰ ਮਾਰਨ ਲਈ ਵੀ ਜਿਹੜਾ ਉਹ ਆ ਗਏ ਹਨ, ਇਸ ਲਈ ਤੂੰ ਉੱਠ ਜਾ। ਤੋ ਅਗਲਾ ਜਿਹੜਾ ਪ੍ਰਸੰਗ, ਅਗਲਾ ਜਿਹੜਾ ਵਾਰਤਾਲਾਪ ਹੈ, ਉਹ ਮਿਰਜ਼ਾ ਜਿਹੜਾ ਕਿ ਸੌਂ ਰਿਹਾ ਹੈ, ਜਿਸ ਨੂੰ ਬਹੁਤ ਮਾਣ ਹੈ ਆਪਣੇ ਬੱਕੀ ਉੱਤੇ, ਆਪਣੀ ਬਹਾਦਰੀ ਉੱਤੇ, ਆਪਣੇ
ਡੌਲਿਆਂ ਦੀ ਜਾਨ ਉੱਪਰ ਬਾਹਾਂ ਦੇ ਬਾਹੂਬਲ ਦੇ ਉੱਪਰ ਆਪਣੇ ਤੀਰਾਂ ਦੇ ਉੱਪਰ ਉਸ ਨੂੰ ਬਹੁਤ ਮਾਣ ਹੈ। ਇੱਕ ਵਾਰ ਉਹ ਵੀ ਕਹਿ ਗਿਆ ਸੀਗਾ ਕਿ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਅਤੇ ਜਬ ਮੈਥੋਂ ਡਰੇ ਖੁਦਾ, ਮਤਲਬ ਕਿ ਉਸ ਨੂੰ ਬੜਾ ਮਾਣ ਹੈ ਆਪਣੇ ਤੋਂ। ਹੁਣ ਉਹ ਕੀ ਕਹਿੰਦਾ ਹੈ, ਕਹਿੰਦਾ ਕਿ ਮੈਂ ਉੱਪਰ ਨਾ ਕੋਈ ਦੀਂਦਾ ਸੂਰਮਾ, ਮੈਂ ਉੱਪਰ ਨਾ ਕੋਈ ਦੀਂਦਾ ਸੂਰਮਾ, ਜਿਹੜਾ ਮੇਰੇ ਪੁਰ ਵਾਰ ਕਰੇ। ਕਹਿੰਦਾ ਕਿ ਮੈਨੂੰ ਕੋਈ ਸੂਰਮਾ ਨਹੀਂ ਦੀਂਦਾ ਜਿਹੜਾ ਮੇਰੇ 'ਤੇ ਵਾਰ ਕਰ ਸਕੇ। ਮੈਂ ਉੱਪਰ ਨਾ ਦੀਂਦਾ ਸੂਰਮਾ, ਜਿਹੜਾ ਮੇਰੇ ਪਰ ਵਾਰ ਕਰੇ। ਮਾਰ ਕੋਹਾਂ ਤੇਰੇ ਜਿੰਨੇ ਨੇ, ਪਾਸ ਤੇਰੇ ਵੀਰ ਖੜੇ। ਝੱਟ ਕੂ ਝੂਟਾ ਜੰਡ ਹੇਠ ਲੈਣ ਦੇ, ਜਿਹੜੀ ਖੁਦਾ ਕਰੇ। ਅੱਜ ਦੀ ਘੜੀ ਸੌਂ ਲੈਣ ਦੇ, ਦੂਜੀ ਘੜੀ ਦਾਨਾਬਾਦ ਬੜੇ। ਤੋ ਦਾਨਾਬਾਦ ਮਿਰਜ਼ੇ ਦਾ ਪਿੰਡ ਸੀ, ਖੀਵਾ ਉਸਦਾ ਪਿੰਡ ਸੀ, ਸਿਆਲ ਜਿਹੜਾ ਕਿ ਮਿਰਜ਼ੇ ਦਾ ਸਾਹਿਬਾਂ ਦਾ ਜਿਹੜਾ ਪਿੰਡ ਸੀ ਉਹ ਖੀਵਾ ਸੀ, ਅਤੇ ਇਸ ਦਾ ਜਿਹੜਾ ਮਿਰਜ਼ੇ ਦਾ ਪਿੰਡ ਸੀ ਉਹ ਦਾਨਾਬਾਦ ਸੀ। ਜਿਹੜਾ ਸਿਆਲ ਹੈ, ਸਿਆਲ ਮਿਰਜ਼ਾ ਦੀ ਜ਼ਾਤ ਸੀ, ਉਸਦਾ ਗੋਤ ਸੀ, ਸਰਨੇਮ ਸੀ, ਜੋ ਮਰਜ਼ੀ ਕਹਿ ਲਓ ਤੁਸੀਂ। ਅਤੇ ਖਰਲ ਜਿਹੜੀ ਆ ਉਹ ਮਿਰਜ਼ੇ ਦੀ ਜ਼ਾਤ ਜਾਂ ਉਸਦਾ ਗੋਤ ਸੀ। ਤਾਂ ਹੁਣ ਉਹ ਕਹਿੰਦਾ ਕੀ ਹੈ, ਮਿਰਜ਼ਾ ਕਹਿੰਦਾ ਕਿ ਮੇਥੋਂ ਉੱਪਰ ਕਿਹੜਾ ਸੂਰਮਾ ਆ ਗਿਆ, ਕੋਈ ਲੱਗਦਾ ਹੀ ਨਹੀਂ ਕਿ ਮੇਥੋਂ ਉੱਪਰ ਕੋਈ ਸੂਰਮਾ ਹੋ ਗਿਆ ਜਿਹੜਾ ਇੰਨਾ ਸੂਰਮਾ ਹੋਊਗਾ ਕਿ ਉਹ ਮਿਰਜ਼ੇ ਦੇ ਉੱਪਰ ਵਾਰ ਕਰੇਗਾ, ਜਿਹੜਾ ਮੇਰੇ ਉੱਪਰ ਵਾਰ ਕਰੂਗਾ। ਕਹਿੰਦਾ ਜਿਹੜੇ ਵੀ ਵੀਰ ਤੇਰੇ ਕੋਲ ਖੜੇ ਹੋਣਗੇ ਨਾ, ਤੇਰੇ ਪਾਸ ਵੀ ਆਉਣਗੇ, ਉਹਨਾਂ ਸਾਰਿਆਂ ਨੂੰ ਮੈਂ ਤੀਰਾਂ ਨਾਲ ਕੋਹ ਕੇ ਮਾਰ ਦਿਆਂਗਾ। ਮਤਲਬ ਕੋਹ ਕੇ ਮਾਰ ਦਿਆਂਗਾ, ਮਤਲਬ ਉਹਨਾਂ ਨੂੰ ਤੀਰਾਂ ਦੇ ਨਾਲ, ਤੀਰ ਖੋਬ ਕੇ ਤੀਰਾਂ ਨਾਲ ਨਿਸ਼ਾਨੇ ਲਾ ਕੇ ਮਾਰ ਦਿਆਂਗਾ। ਝੱਟ ਕੂ ਜੰਡ ਹੇਠ ਝੂਟਾ ਲੈਣ ਦਾ, ਕਹਿੰਦਾ ਮੈਨੂੰ ਬਸ ਥੋੜ੍ਹੀ ਦੇਰ ਮੈਨੂੰ ਬਸ ਜੰਡ ਦੇ ਹੇਠਾਂ, ਜੰਡ ਜਿਹੜਾ ਦਰਖਤ ਜਿੱਥੇ ਮਿਰਜ਼ਾ ਸੁੱਤਾ ਹੋਇਆ ਸੀਗਾ, ਉੱਥੇ ਕਹਿੰਦਾ ਮੈਨੂੰ ਝੂਟਾ ਲੈ ਲੈਣ ਦੇ, ਅੱਗੋਂ ਜਿਹੜੀ ਖੁਦਾ ਕਰੇ। ਕਿ ਅੱਗੇ ਹੋਣਾ ਉਹੀ ਹੈ ਜੋ ਖੁਦਾ ਨੂੰ ਮਨਜ਼ੂਰ ਹੈ। ਗੁਰਬਾਣੀ ਦੀ ਵੀ ਇਹੀ ਹੈ ਕਿ ਜੋ ਹੋਣਾ ਹੈ ਉਹ ਉਸ ਪਰਮਾਤਮਾ ਦੇ ਕੀਤੇ ਹੀ ਹੋਣਾ ਹੈ ਨਾ। ਤੋ ਉਹ ਵੀ ਕਹਿੰਦਾ ਕਿ ਅੱਗੋਂ ਜੋ ਹੋਣਾ ਉਹ ਪਰਮਾਤਮਾ ਦੇ ਕੀਤੇ ਹੀ ਹੋਣਾ, ਬਸ ਤੂੰ ਮੈਨੂੰ ਜੰਡ ਹੇਠ ਭੋਰਾ ਥੋੜ੍ਹੀ ਦੇਰ ਝੂਟਾ ਇੱਕ ਨੀਂਦ ਦਾ ਝੂਟਾ ਲੈ ਲੈਣ ਦੇ। ਤੋ ਫਿਰ ਅੰਤ ਵਿੱਚ ਕਹਿੰਦਾ ਹੈ ਕਿ ਅੱਜ ਦੀ ਘੜੀ ਸੌਂ ਲੈਣ ਦੇ, ਮੈਨੂੰ ਬਸ ਅੱਜ ਦੀ ਘੜੀ, ਕਿਉਂਕਿ ਉਹ ਰਾਤ ਦਾ ਦ੍ਰਿਸ਼ ਸੀਗਾ। ਮਿਰਜ਼ਾ ਸਵੇਰ ਦਾ ਉਸ ਨੂੰ ਪਤਾ ਲੱਗਾ ਹੋਇਆ ਸੀ, ਉਸਨੇ ਸਾਰਾ ਦਿਨ ਸਫ਼ਰ ਤੈਅ ਕੀਤਾ, ਸਾਹਿਬਾਂ ਨੂੰ ਲੈ ਕੇ ਆਇਆ, ਉਹ ਰਾਤ ਦਾ ਸੁੱਤਾ ਨਹੀਂ ਸੀ। ਤਾਂ ਉਹ ਕਹਿੰਦਾ ਕਿ ਮੈਨੂੰ ਬਸ ਅੱਜ ਦੀ ਘੜੀ ਸੌਂ ਲੈਣ ਦੇ, ਭਾਵ ਕਿ ਇਹ ਜਿਹੜੀ ਘੜੀ ਆ ਉਹ ਸੌਂ ਲੈਣ ਦੇ, ਮੈਨੂੰ 15-20 ਮਿੰਟ ਦੀ ਘੜੀ ਸੌਂ ਲੈਣ ਦੇ। ਅਤੇ ਦੂਜੀ ਘੜੀ ਦਾਨਾਬਾਦ ਬੜੇ, ਕਿ ਆਪਾਂ ਆਪਣੇ ਪਿੰਡ ਦਾਨਾਬਾਦ ਦੂਸਰੀ ਘੜੀ ਹੀ ਪਹੁੰਚ ਜਾਣਾ ਹੈ। ਤੋ ਇਹ ਜਿਹੜਾ ਹੈ ਇਹ ਵੀ ਆਪਣਾ ਪ੍ਰਸੰਗ ਹੋ ਗਿਆ। ਤੀਸਰਾ ਜਿਹੜਾ ਸਲਾਈਡ ਹੈ ਅਗਲੀ, ਫਿਰ ਸਾਹਿਬਾਂ ਉਸਦੀ ਫਿਰ ਤੋਂ ਇੱਕ ਵਾਰ ਮਿੰਨਤਾਂ ਕਰਦੀ ਹੈ, ਕਿਉਂਕਿ ਸਾਹਿਬਾਂ ਨੂੰ ਬਹੁਤ ਡਰ ਹੈ। ਉਸ ਨੂੰ ਆਪਣੇ ਵੀਰਾਂ ਦਾ, ਉਸ ਨੂੰ ਆਪਣੇ ਬਾਪ ਦਾ, ਸਾਰਿਆਂ ਦਾ ਪਤਾ ਹੈ। ਵੀਰ ਸ਼ਮੀਰ ਦਾ ਪਤਾ ਹੈ, ਉਸ ਨੂੰ ਚੰਦੜਾਂ ਦਾ ਵੀ ਪਤਾ ਹੈ ਜਿਹੜੇ ਕਿ ਉਸ ਦੇ ਸਹੁਰੇ ਹਨ। ਤਾਂ ਇਸ ਲਈ ਉਹ ਫਿਰ ਸਾਹਿਬਾਂ ਵੀ ਮਿਰਜ਼ੇ ਦੀ ਮਿਹਨਤ ਕਰਦੀ ਹੈ ਕਿ ਉਹ ਕੀ ਕਹਿੰਦੀ ਹੈ ਕਿ ਅੱਗੋਂ ਸਾਹਿਬਾਂ ਬੋਲਦੀ ਮਨ ਮਿਰਜ਼ਾ ਮੇਰੀ ਸਲਾਹ, ਕਿ ਮੇਰੀ ਸਲਾਹ ਮਨ ਮਿਰਜ਼ਾ ਮੇਰੀ ਸਲਾਹ। ਚੜ੍ਹ ਬੱਕੀ ਨੂੰ ਪਾਵੀਂ ਰਾਹ ਖਰਲਾਂ ਦੇ, ਲੈ ਚੱਲ ਦਾਨਾਬਾਦ। ਸਿਆਲਾਂ ਦੀਆਂ ਘੋੜੀਆਂ ਆਦਮ ਖਾਣੀਆਂ, ਨਿਤ ਰੋਕ ਲੈਂਦੀਆਂ ਰਾਹ। ਮੈਂ ਜੇ ਤੂੰ ਮਿਰਜ਼ਿਆ ਸੂਰਮਾ, ਮੇਰੀ ਸਾਹਿਬਾਂ ਦੀ ਓੜ ਨਿਭਾ। ਤੋ
ਇਹ ਲਾਈਨ ਇਹ ਸਾਹਿਬਾਂ ਫਿਰ ਕਹਿੰਦੀ ਹੈ ਕਿ ਮਿਰਜ਼ਿਆ ਤੂੰ ਮੇਰੀ ਸਲਾਹ ਮੰਨ ਲਾ, ਮੇਰੀ ਬੇਨਤੀ ਮੰਨ ਲੈ ਅਤੇ ਉੱਠ ਕੇ ਬੱਕੀ ਦੇ ਉੱਪਰ ਬੈਠ, ਬੱਕੀ ਨੂੰ ਖਰਲਾਂ ਦੇ ਜਿਹੜਾ ਦਾਨਾਬਾਦ ਦੇ ਰਾਹ ਪਾ ਲੈ। ਹੁਣ ਕਿਉਂਕਿ ਮਿਰਜ਼ੇ ਸਾਹਿਬਾਂ ਨੂੰ ਉਸਦੇ ਵੀਰ ਦੀਆਂ ਘੋੜੀਆਂ ਦਾ ਪਤਾ ਹੈ, ਉਸਦੇ ਬਾਪ ਦੀਆਂ ਘੋੜੀਆਂ ਬੜੀਆਂ, ਕਹਿੰਦੀ ਕਿ ਉਹਦਾ ਆਦਮ ਖਾਣੀਆਂ। ਤੋ ਕਹਿੰਦੀ ਕੀ ਆ ਕਿ ਮਿਰਜ਼ਿਆ ਉੱਠ ਅਤੇ ਉੱਠ ਕੇ ਬੱਕੀ 'ਤੇ ਸਵਾਰ ਹੋ ਅਤੇ ਬੱਕੀ ਨੂੰ ਦਾਨਾਬਾਦ ਦੇ ਰਾਹ ਪਾ ਲੈ, ਦਾਨਾਬਾਦ ਲੈ ਚੱਲ। ਅਤੇ ਸਾਹਿਬਾ ਕਹਿੰਦੀ ਕਿ ਮੈਨੂੰ ਦਾਨਾਬਾਦ ਲੈ ਚੱਲ, ਕਿਉਂਕਿ ਸਿਆਲਾਂ ਦੀਆਂ ਘੋੜੀਆਂ ਤਾਂ ਆਦਮ ਖਾਣੀਆਂ। ਆਦਮ ਖਾਣੀ ਮਤਲਬ ਕਿ ਬੰਦੇ ਹੀ ਖਾ ਜਾਂਦੀਆਂ, ਉਹ ਨਿੱਤ ਰੋਕ ਲੈਂਦੀਆਂ ਰਾਹ 'ਤੇ, ਉਹ ਤਾਂ ਨਿੱਤ ਕਿਸੇ ਨਾ ਕਿਸੇ ਦਾ ਰਾਹ ਰੋਕ ਲੈਂਦੀਆਂ। ਇਸ ਲਈ ਤੈਨੂੰ ਦਬਾ ਦਬ ਜਿਹੜਾ ਹੈ ਉੱਠ ਕੇ ਚੱਲਣਾ ਚਾਹੀਦਾ ਹੈ। ਨਿੱਤ ਰੋਕ ਲੈਂਦੀਆਂ ਰਾਹ, ਅਤੇ ਜੇ ਤੂੰ ਮਿਰਜ਼ਿਆ ਸੂਰਮਾ ਮੇਰੀ ਸਾਹਿਬਾਂ ਦੀ ਊੜ ਨਿਭਾ। ਮਤਲਬ ਕਹਿੰਦੀ ਜੇ ਤੂੰ ਸੂਰਮਾ ਆ, ਬਹਾਦਰੀ ਕਹਿੰਦੇ ਨਾ ਆਪਾਂ ਬਹਾਦਰੀ ਅਤੇ ਬੇਵਕੂਫੀ 'ਚ ਥੋੜ੍ਹਾ ਜਿਹਾ ਹੀ ਫਰਕ ਹੁੰਦਾ ਹੈ। ਕਹਿੰਦਾ ਕਿ ਜੇ ਤੂੰ ਸੂਰਮਾ ਆਪਣੇ ਆਪ ਨੂੰ ਮੰਨਦਾ, ਤੂੰ ਮੰਨਦਾ ਆ ਕਿ ਤੂੰ ਸੂਰਮਾ ਹੈ, ਤਾਂ ਤੈਨੂੰ ਇਹ ਚਾਹੀਦਾ ਹੈ ਕਿ ਤੂੰ ਮੇਰੇ ਸਾਹਿਬਾਂ ਦੀ ਜਿਹੜੀ ਓੜ ਹੈ ਉਹ ਨਿਭਾਵੇਂ, ਜਿਹੜੀ ਸਾਹਿਬਾਂ ਦੇ ਨਾਲ ਜਿਹੜੀ ਤੇਰੀ ਲੱਗੀ ਹੋਈ ਯਾਰੀ ਹੈ ਉਸ ਨੂੰ ਨਿਭਾਵੇਂ ਅਤੇ ਉਸ ਨੂੰ ਦਾਨਾਬਾਦ ਲੈ ਚੱਲੇ। ਭਾਵ ਉਸ ਦੀ ਬੇਨਤੀ ਮੰਨਣ ਲਈ ਉਹ ਸਾਹਿਬਾਂ ਉਸ ਨੂੰ ਬੇਨਤੀ ਕਰਦੀ ਹੈ। ਤੋ ਅਗਲੀ ਜਿਹੜੀ ਸਤਰ ਹੈ ਉਹ ਲਾਸਟ ਸਤਰ ਹੈ ਇਸ ਪੇਜ ਦੇ ਉੱਪਰ, ਕਿਉਂਕਿ ਬੰਦ ਅੱਗੇ ਚਾਲੂ ਰਹਿੰਦਾ ਹੈ। ਸਤਰ ਹੈ ਜਿਹੜੀ, ਹਾਂਜੀ, ਤਾਂ ਜਿਹੜੀ ਸਤਰ ਹੈ ਉਹ ਹੈ ਕਿ ਮਿਰਜ਼ੇ ਨੂੰ ਵੱਡਾ ਗੁਮਾਨ ਥਾ, ਫਿਰ ਸੌਂ ਗਿਆ ਜੰਡੋਰੇ ਦੇ ਪਾਸ। ਕਿ ਉਸ ਨੂੰ ਬੜਾ ਗੁਮਾਨ ਸੀ, ਉਸ ਨੂੰ ਬੜਾ ਘੁਮੰਡ ਸੀ ਆਪਣੇ ਆਪ 'ਤੇ, ਬੜਾ ਮਾਣ ਸੀ ਉਸ ਨੂੰ, ਇਹ ਭੁਲੇਖਾ ਸੀਗਾ ਸ਼ਾਇਦ ਜਿਹਨੂੰ ਆਪਾਂ ਓਵਰ ਕੌਨਫੀਡੈਂਸ ਕਹਿੰਦੇ ਨਾ, ਉਸ ਨੂੰ ਉਹ ਸੀਗਾ ਕਿ ਮੈਥੋਂ ਵੱਡਾ ਕਿਹੜਾ ਸੂਰਮਾ। ਹਾਂ, ਤੋ ਜਿੱਦਾਂ ਦੇ ਆਪਣੇ ਅੱਜ ਕੱਲ੍ਹ ਫਿਲਮੀ ਗਾਣੇ ਆਉਂਦੇ ਆ ਉਸੇ ਤਰ੍ਹਾਂ, ਮੈਂ ਇੱਦਾਂ ਕਰ ਦੂੰ, ਮੈਂ ਉੱਦਾਂ ਕਰੂੰ, ਤਾਂ ਉਹਨੂੰ ਬੜਾ ਘੁਮੰਡ ਸੀ ਆਪਣੇ ਆਪ 'ਤੇ। ਉਹ ਕਹਿੰਦਾ ਉਹ ਇਸ ਲਈ ਉਹ ਸੌਂ ਜਾਂਦਾ ਹੈ ਆਪਣੇ ਆਪ 'ਤੇ। ਮਿਰਜ਼ੇ ਨੂੰ ਬੜਾ ਗੁਮਾਨ ਥਾ, ਉਸ ਨੂੰ ਬੜਾ ਗੁਮਾਨ ਸੀ, ਬਹੁਤ ਅਭਿਮਾਨ ਸੀ ਆਪਣੇ ਆਪ 'ਤੇ, ਮਾਣ ਸੀ ਉਸ ਨੂੰ ਆਪਣੇ ਬਾਹੂਬਲ ਦੇ ਉੱਪਰ, ਆਪਣੀ ਬੱਕੀ ਦੇ ਉੱਪਰ, ਆਪਣੇ ਤੀਰਾਂ ਦੇ ਉੱਪਰ। ਤਾਂ ਉਹ ਕਹਿੰਦਾ ਮੇਰੇ ਤੋਂ ਵੱਡਾ ਕਿਹੜਾ ਸੂਰਮਾ। ਤਾਂ ਉਹ ਕਹਿੰਦਾ ਮੈਨੂੰ, ਫਿਰ ਦੁਬਾਰਾ ਤੋਂ ਜਾ ਕੇ ਸੌਂ ਜਾਂਦਾ ਹੈ ਜੰਡੋਰੇ ਦੇ ਹੇਠ। ਤੋਂ ਅਗਲੀ ਸਲਾਈਡ ਦੇਖੋ। ਮੈਂ ਵਲ ਵਲ ਵੱਢ ਦਊਂਗਾ, ਸੂਰਮੇ ਦਊਂਗਾ ਪੂਰ ਖਪਾ, ਮੈਨੂੰ ਝੱਟ ਕੁ ਢੋਕਾ ਲਾ ਲੈਣ ਦੇ, ਮੈਨੂੰ ਸੁੱਤੇ ਨੂੰ ਨਾ ਜਗਾ, ਦਿਨ ਚੜ੍ਹਦੇ ਨੂੰ ਚਲਾਂਗੇ, ਤੈਨੂੰ ਲੈ ਚਲਾਂ ਦਾਨਾਬਾਦ। ਤਾਂ ਕਹਿੰਦਾ ਕਿ ਮੈਨੂੰ ਬੜਾ ਗੁਮਾਨ ਸੀ, ਕਵੀ ਕਹਿੰਦਾ ਮਿਰਜ਼ੇ ਨੂੰ ਆਪਣੇ ਆਪ 'ਤੇ, ਅਤੇ ਉਹ ਫਿਰ ਜੰਡੋਰੇ ਦੇ ਹੇਠਾਂ ਜਾ ਕੇ ਸੌਂ ਜਾਂਦਾ ਅਤੇ ਸਾਹਿਬਾਂ ਨੂੰ ਉੱਤਰ ਦਿੰਦਾ ਹੈ ਕਿ ਮੈਂ ਤਾਂ ਘੇਰ ਘੇਰ ਕੇ ਸੂਰਮੇ ਵੱਢ ਦੂੰ। ਜਿੰਨੇ ਸੂਰਮੇ ਹੈਗੇ ਨਾ ਸਿਆਲਾਂ ਦੇ ਉਹਦੇ ਵਿੱਚ, ਪਿੰਡ ਦੇ ਵਿੱਚ, ਸਾਰਿਆਂ ਨੂੰ ਘੇਰ ਘੇਰ ਕੇ ਵਲ ਕਰਨਾ ਮਤਲਬ ਘੇਰ ਘੇਰ ਕੇ ਵੱਢ ਦਊਂਗਾ ਅਤੇ ਪੂਰਾਂ ਦੇ ਪੂਰ ਖਪਾ ਦਿਆਂਗਾ। ਪੂਰ ਸਾਰੇ ਦੇ ਸਾਰੇ ਪੂਰ, ਇੱਕ ਬੇੜੀ ਦਾ ਪੂਰ ਕਹਿੰਦੇ ਨਾ, ਬੇੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ, ਪੂਰ ਮਤਲਬ ਕਿ ਜਿੰਨੇ ਵੀ ਬੰਦੇ ਬੇੜੀ ਦੇ ਵਿੱਚ ਸਵਾਰ ਹੁੰਦੇ ਹਨ। ਜਾਂ ਆਪਾਂ ਹੋਰ ਉਦਾਹਰਨ ਲਈਏ, ਜਦੋਂ ਆਪਾਂ ਘਰ ਦੇ ਵਿੱਚ ਪਕੌੜੇ ਕੱਢਦੇ ਹਾਂ ਜਾਂ ਕੋਈ ਹੋਰ ਚੀਜ਼ ਬਣਾਉਂਦੇ ਹਾਂ, ਤਾਂ ਕੜਾਹੀ ਦੇ ਵਿੱਚ ਜਿਹੜਾ ਇੱਕ ਵਾਰੀ ਆਪਾਂ ਤੇਲ ਦੇ ਵਿੱਚ ਤਲਣੇ ਨੂੰ ਜੋ ਪੂੜੀਆਂ ਜਾਂ ਪਕੌੜੇ ਜਾਂ ਕੁਛ ਵੀ ਪਾਉਂਦੇ ਹਾਂ, ਉਸ ਨੂੰ ਪੂਰ ਕਿਹਾ ਜਾਂਦਾ ਹੈ। ਤੋ ਪੂਰ ਕਹਿੰਦਾ ਮੇਰਾ ਸਾਰੇ ਹੀ ਜਿੰਨੇ ਵੀ ਹੈਗੇ ਨਾ ਇੱਕੋ ਵਾਰੀ ਖਪਾ ਦਿਆਂਗਾ, ਖ਼ਤਮ ਕਰ ਦਿਆਂਗਾ, ਅਤੇ ਖਪਾ ਦਿਆਂਗਾ। ਹਾਂ, ਤਾਂ ਕਹਿੰਦਾ ਕਿ ਮੈਂ ਤਾਂ ਪੂਰਾਂ ਦੇ ਪੂਰ ਜਿਹੜਾ ਉਹ ਖਪਾ ਦਿਆਂਗਾ, ਮੈਨੂੰ ਝੱਟ ਕੁ ਢੋਕਾ ਲਾ ਲੈਣ ਦੇ, ਮੈਨੂੰ ਸੁੱਤੇ ਨੂੰ ਨਾ ਜਗਾ, ਦਿਨ ਚੜ੍ਹਦੇ ਨੂੰ ਚਲਾਂਗੇ। ਕਹਿੰਦਾ ਕਿ ਮੈਨੂੰ ਬਸ ਝੱਟ ਕੁ ਢੋਕਾ ਲਾ ਲੈਣ ਦੇ, ਬਸ ਘੜੀ ਕੁ ਪਲ ਕੁ ਸੌਂ ਲੈਂਦੇ, ਬਸ 15 ਇੱਕ ਘੜੀ ਜਿਹੜੀ ਹੈ ਜੀ ਉਹ 24 ਮਿੰਟ ਦੀ ਘੜੀ ਹੁੰਦੀ ਹੈ, 60 ਘੜੀਆਂ ਹੁੰਦੀਆਂ ਇੱਕ ਦਿਨ ਦੇ ਵਿੱਚ। ਤਾਂ ਕਹਿੰਦਾ ਕਿ ਮੈਨੂੰ ਬਸ
ਇੰਨਾ ਕੁ ਘੜੀ ਕੁ ਸੌਂ ਲੈਣ ਦੇ, ਬਸ ਆਹ ਘੜੀ ਸੌਂ ਲੈਣ ਦੇ ਅਤੇ ਦਿਨ ਚੜ੍ਹਦੇ ਨੂੰ ਆਪਾਂ ਚੱਲਾਂਗੇ, ਕਿਉਂਕਿ ਉਦੋਂ ਹਨੇਰਾ ਹੈ ਕਿ ਉਹਨੂੰ ਲੱਗਦਾ ਹੈ ਕਿ ਨਹੀਂ ਉਹ ਨਹੀਂ ਆ ਸਕਦੇ, ਉਦੋਂ ਹਨੇਰਾ ਹੈ ਅਤੇ ਆਪਾਂ ਦਿਨ ਚੜ੍ਹੇ ਆਪਾਂ ਚਲਾਂਗੇ ਅਤੇ ਤੈਨੂੰ ਦਾਨਾਬਾਦ ਮੈਂ ਲੈ ਚਲਾਂਗਾ। ਹੁਣ ਜੀ ਇਹ ਤੁਹਾਡਾ ਪ੍ਰਸੰਗ ਪੂਰਾ ਹੋ ਗਿਆ ਹੈ। ਇਸ ਦੇ ਵਿੱਚ ਸਾਰੀ ਵਾਰਤਾਲਾਪ ਮਿਰਜ਼ੇ ਔਰ ਸਾਹਿਬਾਂ ਦੀ ਹੈ। ਤੁਸੀਂ ਪ੍ਰਸੰਗ ਵੀ ਲਿਖ ਲੈਣਾ ਹੈ ਕਿ ਇਹਦਾ ਲਾਸਟ ਦਾ ਵੀ ਉਹੀ ਪ੍ਰਸੰਗ ਬਣੇਗਾ ਕਿ ਹਥਲਾ ਕਾਵ ਟੋਟਾ ਸਾਡੀ 12ਵੀਂ ਸ਼੍ਰੇਣੀ ਦੀ ਪੁਸਤਕ ਦੇ ਵਿੱਚੋਂ ਲਿਆ ਗਿਆ। ਅਤੇ ਇਸ ਦੇ ਵਿੱਚ ਕਹਿਣਾ ਕੀ ਹੈ, ਬਾਕੀ ਤਾਂ ਸਾਰਾ ਉੱਪਰ ਇਹ ਹੈ ਜਾਣਾ ਕਿ ਲਾਸਟ ਦੇ ਵਿੱਚ ਕੀ ਹੈ ਕਿ ਮਿਰਜ਼ਾ ਜਿਹੜਾ ਆ ਗੁਬਾਨ ਦੇ ਵਿੱਚ ਬੋਲਦਾ ਹੈ ਕਿ ਉਹ ਉਸ ਨੂੰ ਯਾਨੀ ਕਿ ਉੱਥੇ ਹੀ ਸੌਣ ਦੀ ਜ਼ਿੱਦ ਕਰਦਾ ਅਤੇ ਮੇਰੇ ਸਾਹਿਬਾਂ ਨੂੰ ਕਹਿੰਦਾ ਕਿ ਉਸ ਨੂੰ ਸੁੱਤੇ ਨੂੰ ਨਾ ਜਗਾਇਆ ਜਾਵੇ। ਠੀਕ ਹੈ ਜੀ, ਥੈਂਕ ਯੂ ਜੀ।